Like the video, subscribe to the channel and press the bell icon for latest video updates. ਮੋਦੀ ਸਾਹਿਬ ਜਿਹੜੀ ਧਿਰ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੂੰ ਕੰਸੋਲੀਡੇਟ ਕਰਨ ਦੇ ਲਈ ਕਦੀ ਮੁਸਲਮ ਦਬਾਏ ਜਾਂਦੇ ਆ, ਕਦੀ ਸਿੱਖਾਂ ਦੇ ਉੱਤੇ ਉਜਾਂ ਲਾਈਆਂ ਜਾਂਦੀਆਂ ਤੇ ਕਦੀ ਹੋਰ ਘੱਟ ਗਿਣਤੀ ਨੂੰ ਦਬਾ ਕੇ ਇਹ ਸਾਬਤ ਕੀਤਾ ਜਾ ਰਿਹਾ ਉਹਨਾਂ ਵੱਲੋਂ ਕਿ ਮੈਂ ਹੀ ਤੁਹਾਡਾ ਸਭ ਤੋਂ ਵੱਡਾ ਹਮਦਰਦ ਤੇ ਤੁਹਾਡੀਆਂ ਵੋਟਾਂ ਦਾ ਹੱਕਦਾਰ ਮੈਂ ਹੀ। ਬਿਲਕੁਲ। ਜਦ ਕਿ ਵਿਦੇਸ਼ ਦੇ ਵਿੱਚ ਕੁਆਲਿਟੀ ਪ੍ਰੀਵੇਲ ਕਰਦੀ, ਉੱਥੇ ਕੁਆਲਿਟੀ ਨੂੰ ਦੇਖਿਆ ਜਾਂਦਾ। ਉੱਥੇ ਜੇ ਹਰਜੀਤ ਸਿੰਘ ਸੱਜਣ ਕੈਨੇਡਾ ਦਾ ਡਿਫੈਂਸ ਮਿਨਿਸਟਰ ਬਣਿਆ, ਉਹਦੀ ਕਿਸੇ ਨੇ ਦਾੜੀ ਤੇ ਉਹਦੇ ਸਿਰ ਤੇ ਬੰਨੀ ਪੱਗ ਨਹੀਂ ਦੇਖੀ, ਉਹਦੇ ਗੁਣ ਦੇਖੇ। ਹਾਂ ਬਿਲਕੁਲ ਠੀਕ ਹੈ। ਉੱਥੇ ਗੁਣਾਂ ਦੇ ਹਿਸਾਬ ਨਾਲ ਫੈਸਲੇ ਹੁੰਦੇ ਆ। ਸਾਡੇ ਤਾਂ ਧਰਮਾਂ ਜਾਤਾਂ 'ਚ ਵੰਡ ਕੇ ਇਹਨਾਂ ਨੇ ਮੁਲਕ ਦਾ ਬੇੜਾ ਗਰਕ ਕੀਤਾ ਪਿਆ। ਦਰਸ਼ਕੋ, ਖਾਲਸਾ ਏਡ ਰਵੀ ਸਿੰਘ ਜੀ ਤੁਸੀਂ ਭਲੀ ਭਾਂਤ ਜਾਣਦੇ ਹੈਗੇ ਆ। ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਨਿਸ਼ਕਾਮ ਕੰਮ ਕਰਕੇ ਸਿੱਖਾਂ ਦਾ, ਖਾਲਸਾ ਪੰਥ ਦਾ ਬਹੁਤ ਵਰਲਡ ਵਾਈਡ ਨਾਮ ਉੱਚਾ ਕੀਤਾ ਹੈਗਾ। ਬੜੀ ਖੁਸ਼ੀ ਦੀ ਗੱਲ ਹੈਗੀ, ਰੀਸੈਂਟਲੀ 1-2 ਦਿਨ ਪਹਿਲੇ ਉਹਨਾਂ ਨੂੰ 2021 ਦਾ, ਇਸ ਸਾਲ ਦਾ ਮਤਲਬ, ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਕੀਤਾ ਹੈਗਾ। ਇਹਦੇ ਨਾਲ ਸਾਰੇ ਸਿੱਖ ਲੋਕੀ, ਉਹ ਖਾਲਸਾ ਪੰਥ ਜਿਹੜਾ ਗੁਰੂਆਂ ਪੀਰਾਂ ਦੀ ਮਾਨਸਕੀ ਜਾਤ ਸਭੇ ਏਕੇ ਪਹਿਚਾਨ, ਉਹ ਇਸ ਫਿਲਾਸਫੀ ਨੂੰ ਫੋਲੋ ਕਰਕੇ ਨਿਸ਼ਕਾਮ ਸੇਵਾ ਕਰਦੇ, ਉਹਨਾਂ ਦਾ ਸਿਰ ਬਹੁਤ ਉੱਚਾ ਹੋਇਆ ਫਖਰ ਨਾਲ। ਬਟ ਅਨਫੋਰਚੂਨੇਟਲੀ ਸਾਡੀ ਆਪਣੀ ਸਰਕਾਰ, ਮੋਦੀ ਗਵਰਨਮੈਂਟ ਨੇ, ਜੋ ਕਿਸਾਨੀ ਸਟਰਗਲ ਚੱਲ ਰਿਹਾ ਹੈਗਾ ਦਿੱਲੀ ਵਿਖੇ, 2 ਦਿਨ ਪਹਿਲੇ ਹੀ, ਮੇਰੇ ਖਿਆਲ ਸੇਮ ਡੇ ਦੀ ਗੱਲ ਹੈਗੀ ਆ, NIA ਵੱਲੋਂ ਉਹਨਾਂ ਨੂੰ ਨੋਟਿਸ ਦਿੱਤੇ ਗਏ ਹੈਗੇ ਆ, ਜਿਹੜੀ ਕਿ ਉਹਨਾਂ ਨੂੰ ਇੱਕ ਅੱਤਵਾਦੀ ਸੰਸਥਾ, ਇਹਦਾ ਮਤਲਬ ਇਹ ਹੈਗਾ ਉਹ ਸਰਕਾਰ ਦੀ ਨਿਗਾਹ ਵਿੱਚ ਇੱਕ ਅੱਤਵਾਦੀ ਸੰਸਥਾ ਹੈਗੀ ਆ। ਸੋ ਇਹ ਬਹੁਤ ਕੰਟਰਾਸਟ ਵਾਲੀਆਂ ਗੱਲਾਂ ਹੈਗੀਆਂ। ਇਹਦੇ ਤੋਂ ਪਹਿਲਾਂ ਵੀ ਦਰਸ਼ਕੋ ਇੱਕ ਮੈਂ ਗੱਲ ਦੱਸਣੀ ਚਾਹਾਂਗਾ, ਜਦੋਂ 2014 ਵਿੱਚ ਪਾਕਿਸਤਾਨੀ ਲੜਕੀ ਮਲਾਲਾ ਯੂਸਫਜ਼ਾਈ, ਜਿਨ੍ਹਾਂ ਨੇ ਬੱਚਿਆਂ ਲਈ ਬਹੁਤ ਕੰਮ ਕੀਤਾ ਸੀ, ਉਦੋਂ ਵੀ ਸਾਡੇ ਇੰਡੀਅਨ ਸੀ ਕਲਾਸ ਸਤਿਆਰਥੀ ਸਾਹਿਬ, ਜਿਨ੍ਹਾਂ ਨੇ ਬੱਚਿਆਂ ਲਈ ਬਹੁਤ ਵਧੀਆ ਕੰਮ ਕੀਤਾ ਸੀ। ਉਦੋਂ ਵੀ ਮੈਨੂੰ ਯਾਦ ਹੈਗਾ, ਕਲਾਸ ਸਤਿਆਰਥੀ ਸਾਹਿਬ ਇੰਡੀਆ ਵਿੱਚ ਉਹਨਾਂ ਦੇ ਕੰਮਾਂ ਨੂੰ ਬਹੁਤਾ ਨਹੀਂ ਸੀ ਜਾਣਦਾ, ਜਦ ਕਿ ਉਹਨਾਂ ਨੂੰ ਵੀ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ। ਸਾਡੇ ਇੱਥੇ ਜਿਹੜੇ ਲੋਕੀ ਵਧੀਆ ਕੰਮ ਕਰਦੇ, ਸਾਡੀਆਂ ਸਰਕਾਰਾਂ ਉਹਨਾਂ ਨੂੰ ਰੈਕੋਗਨਾਈਜ਼ ਨਹੀਂ ਕਰਦੇ। ਇੰਟਰਨੈਸ਼ਨਲ ਲੈਵਲ ਤੇ ਰੈਕੋਗਨੀਸ਼ਨ ਮਿਲਦੀ ਹੈਗੀ, ਇਹਦੇ ਤੇ ਸਰਕਾਰਾਂ ਦੀ ਵਰਕਿੰਗ ਤੇ ਕਿੰਤੂ ਪਰੰਤੂ ਆਉਂਦਾ ਹੈਗਾ। ਇਸ ਵਿਸ਼ੇ ਤੇ ਹੋਰ ਜਾਣਕਾਰੀ ਲਈ ਅਸੀਂ ਆਨਲਾਈਨ ਬੰਗਾ ਤੋਂ ਜੁੜੇ ਹੈਗੇ ਆ ਮਾਨਯੋਗ ਸੁਖਦੇਵ ਸਿੰਘ ਭੌਰ ਜੀ ਨਾਲ, ਜੋ ਕਿ ਬਹੁਤ ਅੱਛੇ ਸਿਆਸਤਦਾਨ ਨੇ, SGPC ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹੈਗੇ ਆ 20-21 ਸਾਲ। ਭੌਰ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ। ਬਹੁਤ ਧੰਨਵਾਦ ਜੀ ਭਾਰਤ ਸਾਹਿਬ। ਇਹ ਭੌਰ ਸਾਹਿਬ, ਜਿਵੇਂ ਕੰਟਰਾਸਟ ਵਾਲੀਆਂ ਗੱਲਾਂ, ਇਹੋ ਰਵੀ ਸਿੰਘ ਜੀ ਖਾਲਸਾ ਏਡ ਵਾਲੇ ਇੰਟਰਨੈਸ਼ਨਲ ਬੋਡੀ ਇਦਾਂ ਦੀ ਚੀਜ਼ਾਂ ਨੂੰ ਰੈਕੋਗਨਾਈਜ਼ ਕਰਦੇ, ਸਾਡੇ ਇੱਥੇ ਉਸੇ ਆਰਗੇਨਾਈਜੇਸ਼ਨ ਨੂੰ ਉਸੇ ਦਿਨ ਨੋਟਿਸ ਜਾਰੀ ਹੁੰਦੇ ਹੈਗੇ ਆ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਵਾਲੇ। ਇਸ ਤਰ੍ਹਾਂ ਹੀ ਉਹ ਜਿਹੜੇ ਸਤਿਆਰਥੀ ਸਾਹਿਬ, ਉਹਨਾਂ ਨੂੰ ਜਾਣਦਾ ਹੀ ਨਹੀਂ ਸੀ ਇੰਡੀਆ ਵਿੱਚ ਉਹਨਾਂ ਦੇ ਕੰਮਾਂ ਨੂੰ। ਇਹ ਅੱਛੇ ਲੋਕਾਂ ਦੀ ਇਦਾਂ ਬੇਕਦਰੀ ਕਿਉਂ ਹੋ ਰਹੀ ਹੈਗੀ? ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਇੰਡੀਆ ਵਿੱਚ? ਦੇਖੋ, ਪਹਿਲੀ ਤਾਂ ਗੱਲ ਇਹ ਹੈ ਵੀ ਸਰਦਾਰ ਰਵੀ ਸਿੰਘ ਨੇ ਖਾਲਸਾ ਏਡ ਦੇ ਰਾਹੀਂ ਪਿਛਲੇ ਸਮੇਂ ਦੇ ਵਿੱਚ ਜੋ ਕੰਮ ਕਰਕੇ ਦਿਖਾਏ ਆ, ਉਹ ਦੁਨੀਆ ਦੇ ਲਈ ਮਿਸਾਲੀ ਕਾਰਜ। ਜੀ। ਸਰਦਾਰ ਰਵੀ ਸਿੰਘ ਦੀ ਇਹ ਹਿੰਮਤ ਹੈ ਕਿ ਉਹਨੇ ਚੋਲਿਆਂ ਵਿੱਚ ਬਸਦੀ ਸਿੱਖੀ ਨੂੰ ਪ੍ਰੈਕਟੀਕਲ ਰੂਪ ਵਿੱਚ ਪ੍ਰਗਟ ਕੀਤਾ ਸਾਰੀ ਦੁਕਾਈ ਦੇ ਸਾਹਮਣੇ, ਔਰ ਉਹਨਾਂ ਲੋਕਾਂ ਦੇ ਸਾਹਮਣੇ ਜਾ ਕੇ ਉਹਨੇ ਸੇਵਾ ਦੇ ਰਾਹੀਂ ਸਿੱਖੀ ਦਾ ਪਰਚਮ ਝੁਲਾਇਆ, ਜਿਹੜੇ ਲੋਕ ਸਿੱਖੀ ਦੇ ਬਾਰੇ ABC ਵੀ ਨਹੀਂ ਜਾਣਦੇ। ਜੀ। ਜਿਹੜੇ ਸਿੱਖਾਂ ਨੂੰ ਇਸਲਾਮ ਦਾ ਇੱਕ ਹਿੱਸਾ ਹੀ ਸਮਝਦੇ ਸੀ, ਉੱਥੇ ਜਾ ਕੇ ਉਹਨਾਂ ਨੇ ਉਹ ਜੋ ਕੁਝ ਕਰ ਵਿਖਾਇਆ, ਮੈਂ ਸਮਝਦਾ ਉਹ ਸਿੱਖੀ ਦੇ ਬ੍ਰਾਂਡ ਐਂਬੈਸਡਰ ਬਣ ਗਏ। ਹਾਂਜੀ। ਔਰ ਇਹ ਬਦਕਿਸਮਤੀ ਰਹੀ ਹੈ ਕਿ ਜਿਹੜੇ ਲੋਕਾਂ ਦੀ ਇੱਥੇ ਪਛਾਣ ਨਹੀਂ ਹੁੰਦੀ ਰਹੀ, ਇੱਥੇ ਫਿਰਕੂਦਾਰਾਨਾ ਸੋਚ ਜਿਹੜੀ ਭਾਰੂ ਰਹਿੰਦੀ ਹੈ, ਉਹਨਾਂ ਲੋਕਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਬੜੇ ਵੱਡੇ ਮਾਨ ਸਤਿਕਾਰ ਪ੍ਰਾਪਤ ਹੋਏ ਆ। ਹੁਣੇ ਜਿਹੜੀ ਅਮਰੀਕਾ ਦੇ ਵਿੱਚ ਸਰਕਾਰ ਬਣੀ ਹੈ, ਉਹਦੇ ਵਿੱਚ ਕਿੰਨੇ ਇੰਡੀਅਨਸ ਨੂੰ ਵੱਡੇ ਸਤਿਕਾਰ ਪ੍ਰਾਪਤ ਹੋਏ। ਬਿਲਕੁਲ ਠੀਕ ਹੈ। ਇੰਡੀਅਨ ਗਵਰਨਮੈਂਟ ਦੇ ਵਿੱਚ ਸਾਡੇ ਡਿਫੈਂਸ ਮਿਨਿਸਟਰ ਹੈ, ਔਰ ਬਾਕੀ ਸਾਡੇ ਹੋਰ ਵਜ਼ੀਰ ਵੀ ਨੇ। ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਉਹ ਲੋਕ ਬੈਠੇ ਆ ਜਿਨ੍ਹਾਂ ਨੂੰ ਇੱਥੇ ਕਿਸੇ ਨੇ ਉਹਨਾਂ ਦੇ ਗੁਣਾਂ ਦੀ ਕੀਮਤ ਨਹੀਂ ਪਾਈ। ਪਰ ਮੈਂ ਇਹ ਸਮਝਦਾ ਕਿ ਇਸ ਸੋਚ ਦੇ ਤਹਿਤ
ਜਿਹੜਾ ਉਹਨਾਂ ਨੂੰ NIA ਵੱਲੋਂ ਸਮਨ ਕੀਤਾ ਗਿਆ ਸੀ, ਹਾਂਜੀ, ਉਹ ਤੇ ਵੈਸੇ ਹੀ ਉਹਨਾਂ ਦੇ ਮੂੰਹ ਤੇ ਬੜੀ ਕਰਾਰੀ ਚਪੇੜ ਵੱਜੀ ਹੈ, ਜਿਹੜਾ ਉਹਨਾਂ ਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਦੇ ਲਈ, ਨੋਬਲ ਪੀਸ ਅਵਾਰਡ ਦੇ ਲਈ ਜਿਹੜਾ ਨਾ ਉਹਨਾਂ ਦਾ ਨੋਮੀਨੇਟ ਹੋ ਜਾਣਾ, ਇਹ ਵੈਸੇ ਹੀ ਇਹਨਾਂ ਸ਼ਕਤੀਆਂ ਦੇ ਮੂੰਹ ਤੇ ਬੜੀ ਵੱਡੀ ਚਪੇੜ ਹੈ। ਬਿਲਕੁਲ ਬਿਲਕੁਲ। ਭਾਰਤ ਦੀ ਸਰਕਾਰ ਆਪਣੀਆਂ ਨਲਾਇਕੀਆਂ ਕਾਰਨ ਕਿਸਾਨ ਮੋਰਚੇ ਨੂੰ ਫੇਲ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਹੱਥ ਕੰਡੇ ਵਰਤੀ ਰਹੀ ਹੈ। ਹਾਂਜੀ ਹਾਂਜੀ। ਮੈਂ ਸਮਝਦਾ ਕਿ ਕਿਸਾਨ ਮੋਰਚੇ ਦੇ ਆਗੂਆਂ ਦੀ ਔਰ ਉਹਨਾਂ ਦੇ ਸਮਰਥਕ ਜਿੰਨੇ ਲੋਕ ਨੇ, ਚਾਹੇ ਉਹ ਪੰਜਾਬ ਵਿੱਚੋਂ, ਚਾਹੇ ਹਰਿਆਣੇ ਵਿੱਚੋਂ ਨੇ, ਚਾਹੇ ਰਾਜਸਥਾਨ ਵਿੱਚੋਂ ਨੇ, ਜਾਂ ਮਹਾਰਾਸ਼ਟਰ ਮੱਧ ਪ੍ਰਦੇਸ਼ ਤੋਂ ਵੀ ਆ ਕੇ ਉਹਨਾਂ ਨੂੰ ਸਪੋਰਟ ਕਰ ਰਹੇ, ਤਾਮਿਲਨਾਡੂ ਤੱਕ ਸਪੋਰਟ ਕਰ ਰਹੇ। ਉਹਨਾਂ ਦੀ ਸਿਆਣਪ ਸੀ ਵੀ ਉਹਨਾਂ ਨੇ ਵਕਤ ਬਾ ਵਕਤ ਜਿੰਨੀਆਂ ਚਾਲਾਂ ਕੇਂਦਰ ਸਰਕਾਰ ਨੇ ਇਸ ਮੋਰਚੇ ਨੂੰ ਫੇਲ ਕਰਨ ਲਈ ਰਚੀਆਂ, ਉਹਨਾਂ ਸਾਰੀਆਂ ਨੂੰ ਸ਼ਾਂਤੀਪੂਰਵਕ ਫੇਸ ਕੀਤਾ ਔਰ ਉਹਨਾਂ ਦਾ ਜਵਾਬ ਸ਼ਾਂਤੀਪੂਰਵਕ ਹੀ ਦਿੱਤਾ ਔਰ ਸਾਰੇ ਮਸਲਿਆਂ 'ਚ ਫੇਲ। ਆਪਾਂ ਇਹ ਜਾਣਦੇ ਹਾਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਸਮਰਥਨ ਵਿੱਚ ਆਏ ਆੜ੍ਹਤੀ ਸੀ, ਉਹਨਾਂ ਦੇ ਉੱਤੇ ਇਨਕਮ ਟੈਕਸ ਦੀਆਂ ਰੇਡਾਂ ਪਈਆਂ, ਕੁਝ ਹੋਰ ਤੇ ਪਈਆਂ। ਹੁਣ ਜਿਹੜੇ ਬਹਾਨੇ ਨਾਲ ਜਾ ਰਹੇ ਆ, ਜਿਨ੍ਹਾਂ ਦੇ ਲਈ NIA ਨੇ ਨੋਟਿਸ ਜਾਰੀ ਕੀਤੇ ਆ, ਉਹ ਕਿਹਾ ਜਾ ਰਿਹਾ ਵੀ ਫੋਰਨ ਫੰਡਿੰਗ ਹੁੰਦੀ ਆ, ਔਰ ਫੋਰਨ ਜਿਹੜੀ ਫੰਡਿੰਗ ਹੁੰਦੀ ਆ ਉਹ ਟੈਰਰਿਸਟ ਗਰੁੱਪ ਕਰ ਰਹੇ। ਜਿੰਨੇ ਪੰਜਾਬ ਦੇ ਕਿਸਾਨ ਜਾਂ ਦੇਸ਼ ਦੇ ਕਿਸਾਨ ਦਿੱਲੀ ਬਾਰਡਰ ਨੂੰ ਘੇਰ ਬੈਠੇ ਆ, ਇਹਨਾਂ ਦੇ ਪੁੱਤ ਪੋਤਰੇ, ਧੀਆਂ ਪੁੱਤਰ ਹੀ ਵਿਦੇਸ਼ਾਂ ਵਿੱਚ ਆਪਣੀ ਸਖਤ ਮਿਹਨਤ ਦੇ ਨਾਲ ਉਹਨਾਂ ਮੁਕਾਮਾਂ ਤੇ ਪੁੱਜੇ ਆ ਕਿ ਉਹ ਕਿਸੇ ਲੋੜਵੰਦ ਦੀ ਮਦਦ ਕਰ ਸਕਣ। ਉਹ ਆਪਣੇ ਬਜ਼ੁਰਗਾਂ ਨੂੰ ਸੜਕਾਂ ਤੇ ਰੁਲਦਿਆਂ ਦੇਖ ਨਹੀਂ ਸਕਦੇ, ਉਹਨਾਂ ਦੀ ਸਹੂਲਤ ਲਈ ਉੱਥੋਂ ਆਪਣੀ ਕਿਰਤ ਵਿੱਚੋਂ ਪੈਸੇ ਭੇਜ ਰਹੇ। ਕੀ ਉਹ ਅੱਤਵਾਦੀ ਨੇ? ਮੈਂ ਸਮਝਦਾ ਕਿ ਮੋਦੀ ਗਵਰਨਮੈਂਟ ਸਾਨੂੰ ਬੇਗਾਨਗੀ ਦੇ ਅਹਿਸਾਸ ਕਰਵਾ ਰਹੀ ਹੈ। ਬਾਰ-ਬਾਰ ਐਸੀਆਂ ਗੱਲਾਂ ਜਿਹੜੀਆਂ ਹੋਣੀਆਂ, ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ। ਇਹ ਤਾਂ ਜਾਣ-ਬੁੱਝ ਕੇ ਕਿਸੇ ਨੂੰ ਨਾ ਧੱਕ ਕੇ ਕਾਰਨਰ ਕਰਨ ਵਾਲੀਆਂ ਗੱਲਾਂ ਹੁੰਦੀਆਂ। ਜੇ ਕਿਸਾਨ ਸ਼ੁਰੂ ਹੋਇਆ ਤੇ ਨਲਾਇਕੀਆਂ ਤਾਂ ਮੋਦੀ ਗਵਰਨਮੈਂਟ ਦੀਆਂ ਨੇ। ਹੁਣ ਗੰਢੇ ਪੈਣੇ, ਛਿੱਤਰ ਵੀ ਖਾਣੇ ਪੈਣੇ, ਛਿੱਤਰ ਵੀ ਖਾ ਲਿਆ, ਗੰਢੇ ਵੀ ਖਾਣੇ ਪੈਣੇ। ਤੇ ਉਹ ਵਿਡਰੋ ਵੀ ਹੋਣਗੇ, ਬੇਸ਼ੱਕ ਉਹ ਹੋਲਡ ਹੋ ਜਾਣ ਜਾਂ ਵਿਡਰੋ ਹੋ ਜਾਣ, ਤੇ ਅਖੀਰ ਨੂੰ ਜਿਹੜਾ ਧੌਣ 'ਚ ਫਸਿਆ ਕੀਲਾ ਨਾ ਹੈਂਕੜ ਦਾ, ਉਹ ਨਿਕਲਣਾ ਹੀ ਨਿਕਲਣਾ। ਖਾਸ ਤੌਰ ਤੇ ਸਿੱਖਾਂ ਦਾ ਇੰਟਰਨੈਸ਼ਨਲ ਇਮੇਜ, ਕਿਸਾਨ ਮੂਵਮੈਂਟ ਦਾ ਵੀ ਕਾਫੀ ਇਹਨਾਂ ਨੂੰ ਇੰਟਰਨੈਸ਼ਨਲ ਐਕਸਪੋਜ਼ਰ ਮਿਲਿਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਲੱਗਦਾ ਤੁਸੀਂ ਜ਼ਰੂਰ ਪੜ੍ਹੀ ਹੋਣੀ ਆ ਪੰਡਿਤ ਜਵਾਹਰ ਲਾਲ ਨਹਿਰੂ ਦੀ ਜਿਹੜੀ ਸਵੈ ਜੀਵਨੀ ਹੈ ਨਾ, ਉਹਦੇ ਵਿੱਚ ਉਹ ਇੱਕ ਜਗ੍ਹਾ ਲਿਖਦੇ ਆ ਤੇ ਕਹਿੰਦੇ ਜਦੋਂ ਮੈਂ ਵਿਦੇਸ਼ ਵਿੱਚ ਜਾਂਦਾ ਨਾ ਤੇ ਕਈ ਮੈਨੂੰ ਲੋਕ ਇਦਾਂ ਦੇ ਮਿਲਦੇ ਆ ਜਿਨ੍ਹਾਂ ਦੀ ਸ਼ਕਲ, ਸੂਰਤ, ਰੰਗ ਤੇ ਉਹ ਭਾਰਤੀਆਂ ਵਰਗਾ ਹੁੰਦਾ। ਕਹਿੰਦੇ ਮੈਂ ਕਈ ਵਾਰੀ ਟਪਲਾ ਖਾ ਜਾਂਦਾ ਵੀ ਇਹ ਸ਼ਾਇਦ ਭਾਰਤੀ ਹੈ, ਤੇ ਬਾਅਦ ਵਿੱਚ ਪਤਾ ਲੱਗਦਾ ਵੀ ਨਹੀਂ, ਇਹ ਤੇ ਸ੍ਰੀਲੰਕਨ ਹੈ, ਇਹ ਤੇ ਇੰਡੋਨੇਸ਼ੀਅਨ ਹੈ, ਇਹ ਕਿਸੇ ਹੋਰ ਮੁਲਕ ਨਾਲ ਸੰਬੰਧਿਤ ਹੈ। ਉਹਦੇ ਵਿੱਚ ਉਹ ਲਿਖਦੇ ਆ ਵੀ ਇੱਕ ਕੇਵਲ ਪਗੜੀ ਧਾਰੀ ਸਿੱਖ ਹੈ ਜਿਹਨੂੰ ਦੇਖ ਕੇ ਕੋਈ ਭੁਲੇਖਾ ਨਹੀਂ ਖਾ ਸਕਦਾ ਵੀ ਇਹਦਾ ਓਰੀਜਨ ਕੀ ਹੈ। ਵਾਹ ਵਾਹ ਵਾਹ। ਤੇ ਉਹਨੇ ਇਹਦੇ ਵਿੱਚ ਲਿਖਿਆ ਸੀ ਵੀ ਸਿੱਖਸ ਆਰ ਦਾ ਬ੍ਰਾਂਡ ਐਂਬੈਸਡਰਸ ਆਫ ਇੰਡੀਆ। ਵਾਹ ਵਾਹ ਵਾਹ, ਕੀ ਬਾਤ। ਨਲਾਇਕ ਲੋਕ ਹੈ ਜਿਹੜੇ ਇਹਨਾਂ ਦੇ ਗੁਣਾਂ ਨੂੰ ਸਮਝ ਨਹੀਂ ਸਕਦੇ। ਇਹ ਸਰਬੱਤ ਦਾ ਭਲਾ ਕਰਨ ਵਾਲੀ ਕੌਮ, ਇਹ ਆਪਣਿਆਂ ਲਈ ਨਹੀਂ ਦਰਦ ਹੰਢਾ ਰਹੀ। ਇਹ ਸਰਦਾਰ ਰਵੀ ਸਿੰਘ ਦੀ ਜਿਹੜੀ ਸੰਸਥਾ ਖਾਲਸਾ ਏਡ ਹੈ, ਇਹ ਕੇਵਲ ਦਿੱਲੀ ਬੈਠੇ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਦੀ ਜਿਹੜੀ ਸਹਾਇਤਾ ਦਾ ਕਾਰਨ ਨਹੀਂ ਬਣੀ। ਇਹ ਹੱਕ ਵਿੱਚ ਜਾ ਕੇ ਉਹਨਾਂ ਦੀ ਮਦਦ ਕਰਦੀ ਹੈ। ਇਹ ਬੋਲੀਵੀਆ ਵਿੱਚ ਵੀ ਜਾਂਦੀ ਹੈ, ਇਹ ਸਾਊਥ ਅਫਰੀਕਾ ਵਿੱਚ ਵੀ ਗਈ ਹੈ। ਜਿੱਥੇ ਜਿੱਥੇ ਵੀ ਮਨੁੱਖਤਾ ਨੂੰ ਲੋੜ ਹੈ, ਉੱਥੇ ਸਰਦਾਰ ਰਵੀ ਸਿੰਘ ਦੀ ਸੰਸਥਾ ਨੇ ਆਪਣਾ ਜਿਹੜਾ ਧਾਰਮਿਕ ਫਰਜ਼ ਹੈ, ਅਕੀਦਾ, ਜਿਹੜਾ ਵਿਸ਼ਵਾਸ ਹੈ, ਜਿਹੜਾ ਉਹਨਾਂ ਦੇ ਗੁਰੂ ਦਾ ਹੁਕਮ ਹੈ, ਉਹਦੀ ਪਾਲਣਾ ਕਰਦੇ ਉਹਨਾਂ ਦੀ ਸਹਾਇਤਾ ਕੀਤੀ। ਹਾਂਜੀ ਹਾਂਜੀ ਹਾਂਜੀ। ਇਹ ਮੂਰਖਤਾ ਹੈ ਵੀ ਆਪਣੇ ਮੁਲਕ ਦੇ ਕਿਸੇ ਐਸੀ ਸੰਸਥਾ ਨੂੰ ਜਿਹਦਾ ਓਰੀਜਨ ਹਿੰਦੁਸਤਾਨ ਹੋਵੇ ਤੇ ਉਹਨਾਂ ਲੋਕਾਂ ਨਾਲ ਸੰਬੰਧਿਤ ਹੋਵੇ ਜਿਨ੍ਹਾਂ ਲੋਕਾਂ ਨੇ ਇਸ ਮੁਲਕ ਦੀ ਆਜ਼ਾਦੀ ਲਈ ਸਭ ਤੋਂ ਵੱਧ ਲਹੂ ਡੋਲਿਆ ਹੋਵੇ, ਉਹਨਾਂ ਨੂੰ ਗੈਰਾਂ ਵਾਂਗਰ ਉਹਨਾਂ ਨਾਲ ਸਲੂਕ ਕਰਨਾ, ਦੁਸ਼ਮਣਾਂ ਵਾਂਗਰ ਸਮਝਣਾ, ਇਹ ਮੂਰਖਤਾ ਹੀ ਕਹੀ ਜਾ ਸਕਦੀ ਹੈ। ਇਸ ਤੋਂ ਵੱਧ ਹੋਰ ਕੁਝ ਨਹੀਂ। ਕੋਈ ਮੈਂ ਵੈਸੇ ਪੇਪਰ ਵਿੱਚ ਹੋ ਸਕਦਾ ਮੈਂ ਨਾ ਪੜ੍ਹ ਸਕਿਆ, ਕੋਈ ਪ੍ਰਾਈਮ ਮਿਨਿਸਟਰ ਵੱਲੋਂ ਜਾਂ ਕਿਸੇ ਇਹਨਾਂ ਦੇ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਫਾਰਮਲੀ ਕੰਗ੍ਰੈਚੁਲੇਟ ਕੀਤਾ ਕਿ ਨਹੀਂ ਖਾਲਸਾ ਏਡ ਨੂੰ ਨੋਬਲ ਪੀਸ ਪ੍ਰਾਈਜ਼? ਪ੍ਰਾਈਮ ਮਿਨਿਸਟਰ ਦੀ ਤਾਂ ਮੁਰਜਮਾਨਾ ਚੁੱਪ, ਮੈਂ ਸਮਝ ਕਹਿ ਸਕਦਾ ਮੁਜਰਮਾਨਾ ਚੁੱਪ ਹੈ
ਕਿ ਨਾ ਉਹ ਕਿਸੇ ਦੇ ਵਿੱਚ ਹੈ ਨਾ ਸੁੱਖ ਵਿੱਚ। ਏਡੀ ਵੱਡੀ ਗੱਲ, ਉਹਨਾਂ ਦਾ ਨੋਮੀਨੇਟ ਹੋ ਜਾਣਾ, ਉਹਨਾਂ ਨੂੰ ਵਧਾਈ ਦੇਣੀ ਸੀ ਪ੍ਰਾਈਮ ਮਿਨਿਸਟਰ। ਜੇ 2 ਮੁੰਡੇ ਕਿਤੇ ਕੁਸ਼ਤੀ ਦਾ ਮੁਕਾਬਲਾ ਜਿੱਤਿਆ, ਉਹਨਾਂ ਤਾਂ ਵਧਾਈਆਂ ਦਿੰਦਿਆਂ ਨੇ ਦੰਦ ਘਸ ਜਾਂਦੇ ਇਹਨਾਂ ਦੇ। ਬਿਲਕੁਲ। ਅੱਛਾ, ਦੂਸਰੇ ਪਾਸੇ ਤੁਸੀਂ ਇਹ ਦੇਖੋ ਵੀ ਇੱਕ ਪਿਛਲੇ ਦਿਨੀ ਇੰਡੋਨੇਸ਼ੀਆ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋਇਆ ਇੰਡੀਆ ਦਾ। 60 ਪੈਸੰਜਰ ਸੀ ਉਹਦੇ ਵਿੱਚ, ਬਦਕਿਸਮਤੀ ਸੀ ਉਹਨਾਂ ਦੀ ਵਿਚਾਰਿਆਂ ਦੇ, ਸਾਰੇ ਜਾਨ ਗਵਾ ਬੈਠੇ। ਉਹਨਾਂ ਲਈ ਮੋਦੀ ਸਾਹਿਬ ਦੇ ਬੜੇ ਬਿਆਨ ਆਏ। ਮੈਂ ਅਫਸੋਸ ਪ੍ਰਗਟ ਕਰਦਾ ਜਿੱਥੇ ਉਹਨਾਂ ਦਾ ਆਫਿਸ ਹੈ, ਉਹਦੀ ਸਰਹੱਦ ਤੇ ਬੈਠੇ ਜਿਹੜੇ 70-75 ਬੰਦੇ ਉਹਨਾਂ ਦੀ ਜਾਨ ਨੂੰ ਰੋਂਦੇ ਮਰ ਗਏ, ਉਹਨਾਂ ਦੀ ਖਾਤਰ ਅੱਜ ਤੱਕ ਉਹਨੇ ਦਾ ਨਾਰਾ ਵੀ ਨਹੀਂ ਮਾਰਿਆ। ਇੱਕ ਭੌਰ ਸਾਹਿਬ ਇਹਦੇ ਨਾਲ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ, ਜੇ ਸਾਡੇ ਪੋਲਿਟਿਕਸ ਇੱਥੇ ਦੇਖਿਆ ਜਾਵੇ, ਬੜਾ ਅਫਸੋਸ ਨਾਲ ਕਹਿਣਾ ਪੈਂਦਾ, ਹਰ ਜਗ੍ਹਾ ਜਗਾੜੂ ਸਿਸਟਮ ਹੈਗਾ। ਪੋਲਿਟਿਕਸ ਵਿੱਚ, ਸਰਕਾਰ ਵਿੱਚ, ਅਫਸਰਸ਼ਾਹੀ ਵਿੱਚ ਜਗਾੜ ਲਾ ਕੇ ਤੁਸੀਂ ਜਿਹੜਾ ਮਰਜ਼ੀ ਕੰਮ ਕਰ ਸਕਦੇ, ਪੈਸੇ ਨਾਲ, ਰਿਸ਼ਵਤ ਨਾਲ, ਵਾਕਫੀਅਤ ਨਾਲ। ਇਹੋ ਹੀ ਸਾਡੇ ਬੰਦੇ ਜਿਹੜੇ ਬਾਹਰ ਜਾ ਕੇ, ਜਿਵੇਂ ਤੁਸੀਂ ਆਪਣੇ ਕੈਨੇਡਾ ਦੀ ਗੱਲ ਕੀਤੀ ਸੀ, ਅਜੇ ਕੱਲ ਹੀ ਉਹ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਮੈਡਮ ਕਮਲਾ ਹੈਰਿਸ ਆ, ਇੰਡੀਅਨ ਓਰੀਜਨ ਦੇ ਹੈਗੇ ਆ, ਬਾਹਰ ਜਾ ਕੇ ਬੜੇ ਅੱਛੇ ਪੋਲੀਟੀਕਲ ਵੀ ਕਾਮਯਾਬ ਹੋ ਜਾਂਦੇ ਹੈਗੇ। ਇੱਥੇ ਲੱਤਾਂ ਇਹਨਾਂ ਦੀਆਂ ਖਿੱਚਣ ਵਾਲਾ ਸਾਰਾ ਸਿਸਟਮ ਹੈ ਸਰਕਾਰੀ ਤੰਤਰ ਤੋਂ ਲੈ ਕੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਹਿੰਦੁਸਤਾਨ ਦੀ ਬਦਕਿਸਮਤੀ ਹੈ, ਇੱਥੇ ਵੋਟਾਂ ਵੀ ਜਾਤ ਦੇ ਆਧਾਰ ਤੇ ਮਿਲਦੀਆਂ, ਧਰਮ ਦੇ ਆਧਾਰ ਤੇ ਰਾਜਨੀਤੀ ਹੁੰਦੀ ਹੈ। ਇੱਥੇ ਗੁਣਾਂ ਦੀ ਕਦਰ ਨਹੀਂ ਹੁੰਦੀ। ਇੱਥੇ ਲੋਕ ਫਿਰਕਿਆਂ ਵਿੱਚ ਵੰਡ ਕੇ ਲੋਕਾਂ ਵਿੱਚ ਨਫ਼ਰਤ ਪੈਦਾ ਕਰਕੇ ਵੋਟਾਂ ਇਕੱਠੀਆਂ ਕਰਦੇ। ਮੋਦੀ ਸਾਹਿਬ ਜਿਹੜੀ ਧਿਰ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੂੰ ਕੰਸੋਲੀਡੇਟ ਕਰਨ ਦੇ ਲਈ ਕਦੀ ਮੁਸਲਿਮ ਦਬਾਏ ਜਾਂਦੇ ਆ, ਕਦੀ ਸਿੱਖਾਂ ਦੇ ਉੱਤੇ ਊਝਾਂ ਲਾਈਆਂ ਜਾਂਦੀਆਂ, ਤੇ ਕਦੀ ਹੋਰ ਘੱਟ ਗਿਣਤੀ ਨੂੰ ਦਬਾ ਕੇ ਇਹ ਸਾਬਤ ਕੀਤਾ ਜਾ ਰਿਹਾ ਉਹਨਾਂ ਵੱਲੋਂ ਕਿ ਮੈਂ ਹੀ ਤੁਹਾਡਾ ਸਭ ਤੋਂ ਵੱਡਾ ਹਮਦਰਦ ਤੇ ਤੁਹਾਡੀਆਂ ਵੋਟਾਂ ਦਾ ਹੱਕਦਾਰ ਮੈਂ ਹੀ। ਬਿਲਕੁਲ। ਜਦ ਕਿ ਵਿਦੇਸ਼ ਦੇ ਵਿੱਚ ਕੁਆਲਿਟੀ ਪ੍ਰੀਵੇਲ ਕਰਦੀ, ਉੱਥੇ ਕੁਆਲਿਟੀ ਨੂੰ ਦੇਖਿਆ ਜਾਂਦਾ। ਉੱਥੇ ਜੇ ਹਰਜੀਤ ਸਿੰਘ ਸੱਜਣ ਕੈਨੇਡਾ ਦਾ ਡਿਫੈਂਸ ਮਿਨਿਸਟਰ ਬਣਿਆ, ਉਹਦੀ ਕਿਸੇ ਨੇ ਦਾੜੀ ਤੇ ਉਹਦੇ ਸਿਰ ਤੇ ਬੰਨੀ ਪੱਗ ਨਹੀਂ ਦੇਖੀ, ਉਹਦੇ ਗੁਣ ਦੇਖੇ। ਬਿਲਕੁਲ ਠੀਕ ਹੈ। ਉੱਥੇ ਗੁਣਾਂ ਦੇ ਹਿਸਾਬ ਨਾਲ ਫੈਸਲੇ ਹੁੰਦੇ ਆ। ਸਾਡੇ ਤਾਂ ਧਰਮਾਂ ਜਾਤਾਂ 'ਚ ਵੰਡ ਕੇ ਇਹਨਾਂ ਨੇ ਮੁਲਕ ਦਾ ਬੇੜਾ ਗਰਕ ਕੀਤਾ ਪਿਆ। ਦੇਖੋ, ਅੱਜ ਕੱਲ ਜਿਹੜਾ ਗਲੋਬਲਾਈਜੇਸ਼ਨ ਦਾ ਭੌਰ ਸਾਹਿਬ ਜ਼ਮਾਨਾ ਹੈਗਾ, ਇਹ ਜਿਹੜੀਆਂ ਆਹ ਜਾਤਾਂ ਪਾਤਾਂ, ਇਹ ਜਿਹੜਾ ਰੀਜਨਲਿਜ਼ਮ ਜੇ ਉਹ ਕਰਕੇ, ਇਹ ਇਸ ਕਾਸਟ ਦਾ, ਇਸ ਜਾਤ ਦਾ, ਇਸ ਰੀਜਨ ਦਾ, ਇਹ ਬੜੀਆਂ ਮੇਰੇ ਖਿਆਲ ਆਊਟਡੇਟਡ ਚੀਜ਼ਾਂ ਪੋਲਿਟਿਕਸ ਵਿੱਚ ਸਾਬਤ ਹੋ ਰਹੀਆਂ ਹੈਗਾ। ਇਹ ਸਾਡੇ ਲੋਕੀ ਵੀ ਖੈਰ ਜੇ ਇੰਨੇ ਮੈਚਿਓਰ ਨਹੀਂ ਹੋਏ ਹੈਗੇ। ਸ਼ਾਇਦ ਕਿਸਾਨ ਐਜੀਟੇਸ਼ਨ ਤੋਂ ਬਾਅਦ ਜੇ ਥੋੜਾ ਜਿਹਾ ਲੋਕਾਂ ਨੂੰ ਮਤਲਬ ਪੋਲੀਟੀਕਲ ਧੰਦਿਆਂ ਵਿੱਚ ਜਾਂ ਇਵਨ ਵੋਟ ਪਾਉਣ 'ਚ ਥੋੜੀ ਜਿਹੀ ਅਕਲ ਜ਼ਿਆਦਾ ਆ ਜਾਏਗੀ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਗਾਂਹ ਕੁਝ ਚੇਂਜ ਮਿਲੇਗੀ ਦੇਖਣ ਨੂੰ ਤੁਹਾਨੂੰ? ਦੇਖੋ, ਪੰਜਾਬ ਦੀ ਫਿਤਰਤ ਰਹੀ ਹੈ ਵੀ ਜਦੋਂ ਵੀ ਕਿਸੇ ਮਨੁੱਖਤਾ ਨਾਲ ਧੱਕਾ ਹੋਇਆ ਜਾਂ ਪੰਜਾਬੀਆਂ ਨਾਲ ਧੱਕਾ ਹੋਇਆ, ਪੰਜਾਬੀਆਂ ਨੇ ਹਿੱਕ ਡਾਹ ਕੇ ਉਹਦਾ ਮੁਕਾਬਲਾ ਕੀਤਾ। ਚਾਹੇ ਉਹ ਮੁਲਕ ਦੀ ਆਜ਼ਾਦੀ ਦੀ ਜੰਗ ਸੀ ਜਾਂ ਆਪਣੇ ਹੱਕਾਂ ਦੀ ਲੜਾਈ ਸੀ, ਜਿਹੜੀ ਪਿਛਲਾ ਲੰਬਾ ਸਮਾਂ ਪੰਜਾਬ ਲੜਦਾ ਰਿਹਾ। ਔਰ ਜਿਹੜੀਆਂ ਕੇਂਦਰ ਵਿੱਚ ਰਾਜ ਕਰਦੀਆਂ ਧਿਰਾਂ, ਹਮੇਸ਼ਾ ਹੀ ਉਹਨਾਂ ਨੂੰ ਇੱਕ ਮੌਕਾ ਮਿਲਦਾ ਰਿਹਾ। ਉਹ ਜੇ ਬੋਲੀ ਦੀ ਲੜਾਈ ਪੰਜਾਬੀ ਲੜ ਰਹੇ ਸੀ ਤੇ ਉਹਨਾਂ ਨੇ ਸਿੱਖਾਂ ਦਾ ਐਜੀਟੇਸ਼ਨ ਉਹਨੂੰ ਬਣਾ ਕੇ ਸਾਬਤ ਕਰ ਦਿੱਤਾ। ਜੇ ਆਪਣੇ ਪੰਜਾਬ ਤੋਂ ਬਾਹਰ ਰਹਿ ਕੇ ਹਲਕਿਆਂ ਦੀ ਗੱਲ ਕਰਦੇ ਸੀ ਤੇ ਫਿਰ ਉਹਨਾਂ ਨੇ ਸਿੱਖਾਂ ਦੀ ਮੰਗ ਬਣਾ ਕੇ ਉਹਨੂੰ ਸਾਬਤ ਕਰ ਦਿੱਤਾ। ਜੇ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਸੀ, ਫਿਰ ਪੰਜਾਬ ਦੇ ਪੰਜਾਬੀਆਂ ਦੀ ਨਹੀਂ, ਉਹਨਾਂ ਨੂੰ ਸਿੱਖਾਂ ਦੀ ਮੰਗ ਬਣਾ ਕੇ ਉਹਨੂੰ ਖਤਮ ਕਰਨ ਦਾ ਕੋਸ਼ਿਸ਼ ਕੀਤੀ। ਅਸੀਂ ਜਾਣਦੇ ਹਾਂ 84 ਦੇ ਵਿੱਚ ਜੋ ਕੁਝ ਹੋਇਆ, ਇਹਦਾ ਪਿਛੋਕੜ ਕੀ ਸੀ? ਗੱਲਾਂ ਤੇ ਬੜੀਆਂ ਸਧਾਰਨ ਸੀ। ਇੱਕ ਟਰਾਂਸਮੀਟਰ ਦੀ ਮੰਗ ਸੀ, ਇੱਕ ਟ੍ਰੇਨ ਦੇ ਨਾਂ ਦੇ ਉੱਤੇ ਰੱਖਣਾ ਸੀ, ਕੁਝ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀਆਂ ਗੱਲਾਂ ਸੀ। ਪਰ ਉਹਨੂੰ ਸਿੱਖਾਂ ਨਾਲ ਜੋੜ ਕੇ, ਸਿੱਖਾਂ ਦੀ ਮੰਗ ਬਣਾ ਕੇ, ਫਿਰ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਹ ਸੈਪਰੇਟਿਸਟ ਹੈ, ਇਹ ਅੱਤਵਾਦੀ ਹੈ, ਇਹ ਵੱਖਵਾਦੀ ਹੈ, ਇਹ ਮੁਲਕ ਤੋਂ ਵੱਖ ਹੋਣਾ ਚਾਹੁੰਦੇ ਆ, ਐਸੀਆਂ ਗੱਲਾਂ ਕਰਕੇ ਉਹਨੂੰ ਭੰਡ ਦਿੱਤਾ ਜਾਂਦਾ ਸੀ। ਇਹ ਮੈਂ ਸਮਝਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਬਹੁਤ ਵੱਡੀ ਗੱਲ ਹੋਈ ਹੈ। ਆ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਇਹਦੇ ਵਿੱਚ ਆਰਥਿਕਤਾ ਐਡਰੈਸ ਹੋਈ ਹੈ। ਲੋਕਾਂ ਨੇ ਕੁੱਲੀ ਦੀ ਲੋੜ ਨੂੰ ਸਮਝਿਆ, ਔਰ ਇਹਦੇ ਵਿੱਚ ਹਿੰਦੂ ਵੀਰ ਵੀ ਯੋਗਦਾਨ ਪਾ ਰਹੇ ਆ, ਮੁਸਲਿਮ ਭਰਾ ਵੀ ਯੋਗਦਾਨ ਪਾ ਰਹੇ, ਈਸਾਈ ਵੀਰ ਵੀ ਯੋਗਦਾਨ ਪਾ ਰਹੇ, ਸਿੱਖ ਵੀ ਪਾ ਰਹੇ। ਗੱਲ ਨੇ ਇਹ ਸਾਬਤ ਕਰ ਦਿੱਤਾ ਵੀ ਜਦੋਂ
ਰੋਟੀ ਖਾਣੀ ਹੈ ਨਾ, ਰੋਟੀ ਦੀ ਭੁੱਖ ਹਿੰਦੂ ਨੂੰ ਵੀ ਲੱਗਦੀ ਹੈ, ਸਿੱਖ ਨੂੰ ਵੀ ਲੱਗਦੀ, ਮੁਸਲਮਾਨ ਨੂੰ ਵੀ ਲੱਗਦੀ। ਬਿਲਕੁਲ ਠੀਕ ਠੀਕ। ਧੱਕੇ ਦਾ ਸੇਕ ਹਿੰਦੂ ਨੂੰ ਵੀ ਲੱਗਦਾ, ਮੁਸਲਮਾਨ ਨੂੰ ਵੀ ਲੱਗਦਾ, ਸਿੱਖ ਨੂੰ ਵੀ ਲੱਗਦਾ। ਤੇ ਮਿਹਨਤ ਦਾ ਮੁੱਲ ਜੇ ਧੱਕੇ ਨਾਲ ਕੋਈ ਖੋਹ ਕੇ ਲੈ ਜਾਵੇ, ਉਹਦਾ ਦੁੱਖ ਹਿੰਦੂ ਨੂੰ ਵੀ ਲੱਗਦਾ, ਸਿੱਖ ਨੂੰ ਵੀ ਲੱਗਦਾ, ਮੁਸਲਮਾਨ ਨੂੰ ਵੀ ਲੱਗਦਾ। ਤੇ ਜੇ ਇਹਨਾਂ ਵਲਗਣਾ ਤੋਂ ਪਰੇ ਹਟ ਕੇ ਸੋਚਣਾ ਸ਼ੁਰੂ ਕਰ ਦਿੱਤਾ ਹਿੰਦੁਸਤਾਨੀਆਂ ਨੇ, ਤੇ ਫਿਰ ਇਹ ਸਫਾਂ ਭਲੇਟੀਆਂ ਜਾਣਗੀਆਂ ਜਿਹੜੇ ਲੋਕ ਧਰਮ ਦੇ ਨਾਂ ਦੇ, ਜਾਤਾਂ ਦੇ ਨਾਂ ਤੇ, ਖਿੱਤਿਆਂ ਦੇ ਨਾਂ ਤੇ ਵੰਡ ਕੇ ਰਾਜਨੀਤੀ ਕਰਦੇ ਆ। ਔਰ ਕਿਸਾਨ ਅੰਦੋਲਨ ਦੀ ਇਹ ਪ੍ਰਾਪਤੀ ਕਹੀ ਜਾ ਸਕਦੀ ਹੈ। ਇਸ ਅੰਦੋਲਨ ਰਾਹੀਂ ਜਿੱਥੇ ਨੌਜਵਾਨ ਜਥੇਬੰਦ ਹੋਇਆ, ਨੌਜਵਾਨ ਨੂੰ ਲੀਡਰਸ਼ਿਪ ਦੀ ਪ੍ਰੇਰਨਾ ਮਿਲੀ ਹੈ, ਉੱਥੇ ਜਿਹੜਾ ਸਿਆਸੀ ਢਾਂਚਾ ਜਿਹੜਾ ਚੱਲ ਰਿਹਾ ਸੀ ਉਹ ਬਿਲਕੁਲ ਨਾਕਸ ਸਾਬਤ ਹੋ ਗਿਆ। ਪਰਿਵਾਰਵਾਦ ਦੀਆਂ ਰਾਜਨੀਤੀਆਂ ਖਤਮ ਹੋ ਜਾਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਨੌਜਵਾਨੀ ਕਰਵਟ ਲਏਗੀ, ਔਰ ਨੌਜਵਾਨੀ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕਰਕੇ ਜਿਹੜੀ ਮਾੜੀ ਮੋਟੀ ਕਸਰ ਹੈ ਉਹ ਨੌਜਵਾਨੀ ਨੇ ਆਉਣ ਵਾਲੇ ਸਮੇਂ 'ਚ ਕੱਢ ਦੇਣੀ। ਹਾਂ, ਮੈਂ ਅਗਲਾ ਸਵਾਲ ਇਹਦੇ ਨਾਲ ਹੀ ਰਿਲੇਟਡ ਹੈਗਾ। ਇਹ ਜਿਵੇਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆ, ਹੁਣ ਅਗਲੇ ਸਾਲ ਜਿਹੜੀ ਹੋਣੀ ਆ ਅਸੈਂਬਲੀ ਇਲੈਕਸ਼ਨ, ਤੁਹਾਨੂੰ ਪਤਾ ਅਕਾਲੀਆਂ ਦਾ ਤਾਂ ਉਹੀ ਸਿਸਟਮ ਉਹ ਜਿਹੜਾ ਹੈਗਾ, ਜਿੱਥੇ ਕਿ ਖੜੇ ਸੀ ਆਪਣੇ 4-5 ਸਾਲ ਪਹਿਲਾਂ ਉੱਥੇ ਹੀ ਖੜੇ ਹੈਗੇ ਆ। ਕਾਂਗਰਸ ਇਸ ਵੇਲੇ ਮੌਕੇ ਦੀ ਸਰਕਾਰ ਹੈਗੀ ਆ, ਪਰ ਇਹਨਾਂ ਦੀ ਐਂਟੀ ਇਨਕੰਬੈਂਸੀ ਹੈਗੀ, ਬਸ ਇੱਕ ਪਾਸੇ ਆਪ ਹੈਗੀ ਆ। ਕਿੱਧਰ ਨੂੰ ਪੋਲਿਟਿਕਸ ਪੰਜਾਬ ਦੀ ਜਾ ਸਕਦੀ ਹੈਗੀ ਆ ਇਹ ਕਿਸਾਨ ਸਟਰਗਲ ਜਾਂ ਅੰਦੋਲਨ ਦੇ ਮੱਦੇਨਜ਼ਰ? ਕੁਛ ਚੇਂਜ ਆਉਣੇ ਦੀ ਸੰਭਾਵਨਾ ਸਾਨੂੰ ਲੱਗਦੀ ਆ? ਵਾਰਿਸ ਸਾਹਿਬ, ਇਹ ਅਸੂਲ ਹੀ ਹੈ ਵੀ ਜਦੋਂ ਕੋਈ ਵੱਡਾ ਸੰਘਰਸ਼ ਲੜਿਆ ਜਾਂਦਾ ਨਾ, ਉਹਦੇ ਵਿੱਚੋਂ ਲੀਡਰਸ਼ਿਪ ਡਿਵੈਲਪ ਹੁੰਦੀ। ਵੈਰੀ ਗੁੱਡ, ਠੀਕ ਹੈ। ਬੜੇ ਵੱਡੇ ਸੰਘਰਸ਼ਾਂ ਦੇ ਵਿੱਚੋਂ ਆਗੂ ਉੱਭਰਦੇ ਰਹੇ। ਹਾਂਜੀ। ਔਰ ਇਸ ਸੰਘਰਸ਼ ਦੀ ਫਤਿਹ ਤੋਂ ਬਾਅਦ ਵੀ ਆਗੂਆਂ ਨੇ ਉੱਭਰਨੇ। ਬਿਲਕੁਲ ਠੀਕ ਹੈ। ਜਿਹਨਾਂ ਲੋਕਾਂ ਨੇ ਪਿੰਡ ਪੱਧਰ ਤੇ ਕੰਮ ਕੀਤਾ ਉਹ ਪਿੰਡ ਦੀ ਲੀਡਰਸ਼ਿਪ ਸਾਂਭਣਗੇ, ਜਿਨ੍ਹਾਂ ਨੇ ਸਟੇਟ ਪੱਧਰ ਤੇ ਕੰਮ ਕੀਤਾ ਉਹ ਸਟੇਟ ਦੀ ਲੀਡਰਸ਼ਿਪ ਸਾਂਭਣਗੇ। ਗੁੱਡ। ਔਰ ਇਸ ਵਾਰ ਜਿਹੜੀ ਲੀਡਰਸ਼ਿਪ ਇਸ ਸੰਘਰਸ਼ ਵਿੱਚੋਂ ਨਿਕਲੇਗੀ ਨਾ, ਇਹਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਪੰਜਾਬੀਆਂ ਨੇ ਸਤਿਕਾਰ ਦੇਣਾ। ਵਾਹ, ਬਹੁਤ ਅੱਛਾ, ਬਹੁਤ ਅੱਛਾ। ਹਾਂਜੀ, ਤੁਸੀਂ ਦੇਖਣਾ ਇਹ ਇੱਕ ਐਸੀ ਕਰਵਟ ਹੋਏਗੀ ਜਿਹੜੀ ਪਰਿਵਾਰਵਾਦ ਦੀ ਰਾਜਨੀਤੀ ਨੂੰ ਖਤਮ ਕਰਕੇ ਰੱਖ ਦੇਗੀ। ਕੌਮਾ ਪਰਵਰੀ ਦੀ ਰਾਜਨੀਤੀ ਖਤਮ ਹੋ ਜਾਏਗੀ। ਲੋਕਾਂ ਦੇ ਮੁੱਦੇ ਐਡਰੈਸ ਹੋਣਗੇ ਆਉਣ ਵਾਲੇ ਸਮੇਂ ਵਿੱਚ। ਤੁਸੀਂ ਦੇਖਣਾ, ਮੈਨੂੰ ਜ਼ਰੂਰ ਭਰੋਸਾ ਹੈ ਵੀ ਇਸ ਅੰਦੋਲਨ ਵਿੱਚੋਂ ਨੌਜਵਾਨ ਲੀਡਰਸ਼ਿਪ ਨੂੰ ਮੌਕਾ ਮਿਲੇਗਾ, ਔਰ ਉਹ ਅੱਗੇ ਹੋ ਕੇ ਪੰਜਾਬ ਦੀ ਸੂਬੇ ਦੀ ਵਾਗਡੋਰ ਸਾਂਭ ਕੇ ਇਹਦੀ ਬਿਗੜੀ ਸਵਾਰਨ ਦਾ ਯਤਨ ਜ਼ਰੂਰ ਕਰਨ। ਚਲੋ ਆਪਾਂ ਓਰੀਜਨਲ ਟੌਪਿਕ ਤੇ ਆ ਜਾਈਏ। ਜਿਵੇਂ NIA ਦੇ ਨੋਟਿਸ ਕਿਸੇ ਜ਼ਮਾਨੇ ਟਾਡਾ ਦੇ, ਤੁਹਾਨੂੰ ਪਤਾ, ਲੀਡਰਾਂ ਨੂੰ ਫੜ ਕੇ ਜਾਂ ਜਿਹਦਾ ਵੀ ਇਹਨਾਂ ਨੂੰ ਲੱਗਦਾ ਕਿ ਕਰਕੇ 1-2 ਮਹੀਨੇ ਬਾਅਦ ਫਿਰ ਜਦੋਂ ਕੋਈ ਨਹੀਂ ਸਬੂਤ ਸੀ, ਕੋਰਟ ਫ੍ਰੀ ਕਰ ਦਿੰਦੀ ਸੀ। ਇਹ NIA ਜਿਹੜੇ ਨੋਟਿਸ ਦਿੰਦੀ ਹੈਗੀ ਆ, ਤੁਸੀਂ ਤਾਂ ਬੜੇ ਰਿਪਿਊਟਡ ਜਿਹੜੇ ਲਾਅ ਦੇ ਨੌਲੇਜ ਰੱਖਣ ਵਾਲੇ ਹੋ, ਤੇ ਇਹ ਮੰਨ ਲਓ ਕਿਸੇ ਨੂੰ ਇਹਨਾਂ ਨੇ ਨੋਟਿਸ ਦੇ ਦਿੱਤੇ ਹੈਗੇ ਆ, ਉਹਦੇ ਤੇ FIR ਵੀ ਫਾਰਮਲੀ ਦਰਜ ਕਰਕੇ ਉਹਨੂੰ ਪੜ ਕੇ ਅੰਦਰ ਕਰ ਦਿੱਤਾ ਹੈਗਾ, ਉਹਦਾ ਲੀਗਲੀ ਫਿਊਚਰ ਕਿਵੇਂ ਸਿਕਿਉਰ ਹੋਏਗਾ? ਕੋਈ ਐਵੀਡੈਂਸ ਤਾਂ ਹੋਏਗਾ ਨਹੀਂ। ਤੁਸੀਂ ਦੇਖ ਲੈਣਾ ਭਾਰਤ ਸਾਹਿਬ, ਇਹ NIA ਛੱਡ ਕੇ ਜੋ ਮਰਜ਼ੀ ਯੂਜ਼ ਕਰ ਲੈਣ। ਇਹਨਾਂ ਦੇ ਪਾਰਲੀਮੈਂਟ ਵਿੱਚ ਸਰਬਸੰਮਤੀ ਨਾਲ ਬਣਾਏ ਕਾਨੂੰਨ ਧੱਕੇ ਖਾ ਰਹੇ ਆ। NIA ਦੀਆਂ ਰਿਪੋਰਟਾਂ ਕੀ ਕਰਨਗੀਆਂ? ਹਾਂਜੀ। ਲੋਕਾਂ ਨੂੰ ਸੰਘਰਸ਼ ਲੜਨ ਦੀ ਜਾਂਚ ਆ ਗਈ ਹੈ। ਲੋਕ ਇਹਨਾਂ ਦਾ ਸੰਘਰਸ਼ ਰਾਹੀਂ ਐਸਾ ਮੂੰਹ ਬੰਦ ਕਰਨਗੇ, NIA ਵਗੈਰਾ ਸਭ ਭੁੱਲ ਜਾਣਗੇ। ਹਾਂਜੀ। ਇਹਨਾਂ ਨੂੰ ਕਾਨੂੰਨ ਵੀ ਵਾਪਸ ਲੈਣੇ ਪੈਣਗੇ, ਔਰ NIA ਦੇ ਵੱਲੋਂ ਭੇਜੇ ਹੋਏ ਨੋਟਿਸ ਵੀ ਵਾਪਸ ਲੈਣੇ ਪੈਣਗੇ। ਨਹੀਂ ਤਾਂ ਦੁਨੀਆ ਦੇ ਵਿੱਚ ਇਹਨਾਂ ਦਾ ਉਹ ਜਲੂਸ ਨਿਕਲੇਗਾ, ਬਾਹਰ ਕਿਸੇ ਮੁਲਕ ਵਿੱਚ ਜਾ ਕੇ ਮੂੰਹ ਦਿਖਾਲਣ ਜੋਗੇ ਨਹੀਂ ਰਹਿਣਗੇ। ਹਾਂਜੀ। ਸਾਰੀ ਦੁਨੀਆ ਇਹ ਸਮਝ ਚੁੱਕੀ ਹੈ ਬਈ ਇਹ ਧੱਕੇ ਦੇ ਨਾਲ ਸੰਘਰਸ਼ ਨੂੰ ਦਬਾਉਣ ਦੇ ਲਈ ਕਦੀ ਆਪਣੇ ਏਜੰਟ ਬੁਲਾ ਕੇ ਵਿੱਚ ਬਾੜਦੇ ਆ ਉਹਨਾਂ ਨੂੰ ਫੇਲ ਕਰਨ ਦੇ ਲਈ, ਕਦੀ ਆੜਤੀਆਂ ਦੇ ਉੱਤੇ ਇਨਕਮ ਟੈਕਸ ਦੇ ਛਾਪੇ ਮਰਵਾਏ ਜਾਂਦੇ ਆ, ਕਦੀ ਵਿਜੀਲੈਂਸ ਦੇ ਛਾਪੇ ਮਰਵਾਏ ਜਾਂਦੇ ਆ, ਤੇ ਕਦੀ NIA ਦੇ ਨੋਟਿਸ ਦਿੱਤੇ ਜਾਂਦੇ ਆ। ਇਹ ਸਾਰੀ ਦੁਨੀਆ ਨੂੰ ਪਤਾ ਲੱਗਦਾ। ਔਰ ਮੈਂ ਸਮਝਦਾ ਅਸੀਂ ਕਈ ਵਾਰੀ ਚਿੰਤਾ ਕਰਦੇ ਹਾਂ ਇਸ ਗੱਲ ਦੀ ਵੀ ਸਾਡੇ ਬੱਚੇ ਮਾਈਗ੍ਰੇਟ ਹੋ ਗਏ, ਪੰਜਾਬ ਖਾਲੀ ਹੋ ਗਏ। ਇਸ ਸੰਘਰਸ਼ ਵਿੱਚ ਪੰਜਾਬ ਦੇ ਇਸ ਜਿਹੜਾ ਹੱਕੀ ਮੰਗਾਂ ਦਾ ਸੰਘਰਸ਼ ਹੈ, ਇਹਦੇ ਵਿੱਚ ਪੰਜਾਬ ਤੋਂ ਮਾਈਗ੍ਰੇਟ ਹੋਏ ਬੱਚੇ ਬੱਚੀਆਂ ਨੇ ਜੋ ਯੋਗਦਾਨ ਪਾਇਆ, ਮੈਂ ਸਮਝਦਾ ਇਹ ਇੱਕ ਮਿਸਾਲੀ ਯੋਗਦਾਨ। ਉਹ ਕਿਸੇ ਵੀ ਮੁਲਕ ਵਿੱਚ ਪਿੱਛੇ ਜਿੱਥੇ ਵੀ ਬੈਠੇ ਸੀ, ਹਰ ਹਿੰਦੁਸਤਾਨ ਦੀ ਐਮਬੈਸੀ ਦੇ ਮੂਹਰੇ ਜਿੱਥੇ ਵੀ ਪੰਜਾਬੀ ਰਹਿੰਦੇ ਆ ਮੁਜ਼ਾਹਰੇ ਹੋਏ, ਔਰ ਉਹਨਾਂ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਵਰਲਡ ਵਾਈਡ ਨਸ਼ਰ ਕਰ ਦਿੱਤਾ। ਸਾਰੀ ਦੁਨੀਆ ਦੇ ਵਿੱਚ ਇਹ ਗੱਲ ਚਲੇ ਗਈ ਵੀ ਪੰਜਾਬੀਆਂ ਨਾਲ
ਖਾਸ ਕਰਕੇ ਕਿਸਾਨਾਂ ਦੇ ਨਾਲ ਮੋਦੀ ਸਰਕਾਰ ਧੱਕਾ ਕਰਕੇ ਆਪਣੇ ਕਾਰਪੋਰੇਟ ਯਾਰਾਂ ਦੀ ਜਾਰੀ ਪਾਲ ਕੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ। ਔਰ ਜੋ ਇਹਨਾਂ ਨੂੰ ਡੀਫੇਮ ਮਿਲਿਆ ਸਾਰੀ ਦੁਨੀਆ ਦੇ ਵਿੱਚ, ਇਹ ਵੀ ਇੱਕ ਮਿਸਾਲੀ ਹੈ ਤੇ ਇਹ ਕੋਈ ਛੋਟੀ ਗੱਲ ਨਹੀਂ ਹੈ। ਇਹ NIA ਵਗੈਰਾ ਕਿਤੇ ਨਹੀਂ ਟਿਕਣਗੇ। ਇੱਕ ਪੌਰ ਸਾਹਿਬ ਹੋਰ ਸਵਾਲ ਆ, ਹੁਣ ਮੈਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨਾਂ ਤਾਂ ਕੀ ਲਵਾਂ, ਸਾਡੇ ਪੋਲੀਟੀਸ਼ੀਅਨ ਜਾਂਦੇ ਵੱਖ-ਵੱਖ ਪਾਰਟੀਆਂ ਦੇ 20-25-30 ਸਾਲ ਤੋਂ ਜਾਂਦੇ ਹੈਗੇ ਆ, ਜਿੰਨਾ ਕਿ ਮੈਂ ਜਿਸ ਪੀਰੀਅਡ 'ਚ ਮੈਂ ਐਕਟਿਵ ਰਿਹਾ ਹੈਗਾ, ਉੱਥੋਂ ਲੱਖਾਂ ਕਰੋੜਾਂ ਡਾਲਰ ਜਾਂ ਜਿਹੜੇ ਫੋਰਨ ਕਰੰਸੀ ਕੋਈ ਕੈਸ਼ ਲੈ ਆਉਂਦਾ, ਕੁਝ ਕਰਕੇ ਲੈ ਆਉਂਦਾ ਹੈਗਾ, ਉਹ ਵੀ ਉਹਨਾਂ ਬੰਦਿਆਂ ਤੋਂ ਲੈ ਕੇ ਆਉਂਦੇ ਜਿਨ੍ਹਾਂ ਤੇ NIA ਵਾਲੇ ਇਲਜ਼ਾਮ ਲਾਉਂਦੇ, ਅੱਤਵਾਦੀ ਵਕ ਜਾਂ ਜਿਹੜੇ ਟੈਰਰਿਸਟ ਗਰੁੱਪ ਹੈਗੇ। ਇਹਨਾਂ ਪੋਲੀਟੀਸ਼ੀਅਨਾਂ ਨੂੰ ਨਹੀਂ ਕੋਈ ਪੁੱਛਦਾ ਹੈਗਾ, ਇਹਨਾਂ ਤੇ ਕਦੀ NIA। ਤੁਸੀਂ ਦੇਖ ਲੈਣਾ ਭਾਰਤ ਸਾਹਿਬ, ਜਦੋਂ ਸਮੇਂ ਨੇ ਕਰਵਟ ਲਈ ਨਾ, ਮੋਦੀ ਕੋਲੋਂ, ਅੰਬਾਨੀ ਕੋਲੋਂ ਕਿਹਨੇ ਕੀ ਲਿਆ ਤੇ ਅਡਾਨੀ ਕੋਲੋਂ ਕਿਹਨੇ ਕੀ ਲਿਆ, ਟਾਟਿਆਂ ਬਿਰਲਿਆਂ ਕੋਲੋਂ ਕੀ ਲਿਆ, ਸਾਰੇ ਨਿਕਲ ਗਏ। NIA ਉਲਟੀ ਇਹਨਾਂ ਤੇ ਲੱਗੇ। ਅੱਛਾ। ਇਹਦੇ ਆਪਣੇ ਭਾਈਵਾਲਾਂ ਤੋਂ ਜੇਬਾਂ ਗਰਮ ਕਰਾ ਕੇ ਅੱਜ ਕਿਸਾਨੀ ਦਾ ਗਲਾ ਘੁੱਟਣ ਲੱਗੇ ਹੋਏ ਆ ਨਾ। ਐਵੇਂ ਨਹੀਂ ਚੁੱਕ ਰਹੇ। ਕਾਨੂੰਨ ਲੋਕਾਂ ਲਈ ਬਣਾਏ ਜਾਂਦੇ ਆ, ਜਿਨ੍ਹਾਂ ਲਈ ਬਣਾਏ ਗਏ ਉਹ ਸਾਰਾ ਸਿਆਲ ਉਹਨਾਂ ਨੇ ਵਿਚਾਰਿਆਂ ਨੇ ਕੱਕਰ ਕੋਰੇ ਉੱਥੇ ਦਿੱਲੀ ਦੇ ਬਾਰਡਰਾਂ ਤੇ ਬਹਿ ਕੇ ਚੱਲ। ਲੋਕਾਂ ਦੇ ਭਲੇ ਲਈ ਸਰਕਾਰਾਂ ਹੁੰਦੀਆਂ, ਲੋਕਾਂ ਨੂੰ ਮਾਰਨ ਲਈ ਨਹੀਂ ਹੁੰਦੀਆਂ। ਜਿਨ੍ਹਾਂ ਦੇ ਲਈ ਆਏ ਉਹ ਤਾਂ ਮੁਜ਼ਾਹਰੇ ਕਰ ਰਹੇ ਆ ਤੇ ਕਹਿੰਦੇ ਆ ਨਹੀਂ ਹਮ ਆਪਣੀ ਜਾਰੀ ਨਹੀਂ ਟੁੱਟਣ ਦੇंगे, अंबानी को भी संभालेंगे और अडानी को भी संभालेंगे, किसान मरता है तो मर जाए। ਬਿਲਕੁਲ। ਇਸ ਦਿਨ ਇਹ ਇਨਕੁਆਰੀਆਂ ਹੋਣਗੀਆਂ ਨਾ ਵੀ ਅੰਬਾਨੀ ਤੋਂ ਕਿੰਨੇ ਲਏ, ਅਡਾਨੀ ਤੋਂ ਕਿੰਨੇ ਲਏ, ਕਿਹੜੀ ਸਰਕਾਰ ਬਣਾਉਣ ਵੇਲੇ ਕੀ ਲਏ, ਉਦੋਂ NIA ਉਲਟੀ ਇਹਨਾਂ ਦੇ ਉੱਤੇ ਇਨਵੈਸਟੀਗੇਸ਼ਨਸ ਕਰੇ। ਇੱਕ ਭੌਰ ਸਾਹਿਬ, ਬੜਾ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਇਹ ਕਾਂਗਰਸ ਸਰਕਾਰ ਵੇਲੇ ਵੀ ਡਾਕਟਰ ਮਨਮੋਹਨ ਸਿੰਘ ਜਾਂ ਪਹਿਲਾਂ ਵੀ ਸਰਕਾਰਾਂ ਸੀ, ਹੁਣ ਮੋਦੀ ਸਾਹਿਬ ਦੀ ਸਰਕਾਰ ਹੈਗੀ ਆ, ਜਾਂ ਸਟੇਟਾਂ ਦੀਆਂ ਇਲੈਕਸ਼ਨਾਂ ਵੀ ਹੁੰਦੀਆਂ, ਜਿੰਨੀ ਪੋਲੀਟੀਕਲ ਫੰਡਿੰਗ ਹੈਗੀ ਆ, ਦੈਟ ਸ਼ੁੱਡ ਬੀ ਬਾਈ ਚੈੱਕ ਓਨਲੀ। ਇਹ ਜਿਹੜਾ ਕੈਸ਼ ਆ ਉਹਨੂੰ ਕੱਢ ਦਿਓ। ਇਹ ਸਾਰੀ ਮੁਸੀਬਤ ਜਿਹੜੀ ਆ ਜਿਹੜੇ ਕੈਸ਼ ਹੈਗਾ, ਇਹਦੇ ਬਾਰੇ ਕੀ ਓਪੀਨੀਅਨ ਹੈਗਾ? ਇੱਕ ਐਕਟ ਬਣਾਇਆ, ਪੋਲੀਟੀਕਲ ਫੰਡਿੰਗ ਲਾਓ, ਜਿਹਨੇ ਵੀ ਕਰਨਾ ਚੈੱਕ ਰਾਹੀਂ ਪੇਮੈਂਟ ਜਾਂ ਉਹ ਡਰਾਫਟ ਰਾਹੀਂ ਪੇਮੈਂਟ ਹੋਵੇ, ਜਿੰਨੀ ਮਰਜ਼ੀ ਕਰੋ ਪੋਲੀਟੀਕਲ ਪਾਰਟੀਆਂ ਨੂੰ ਫੰਡਿੰਗ। ਦੇਖੋ, ਕੈਸ਼ ਤਾਂ ਮੋਦੀ ਸਾਹਿਬ ਨੇ ਨੋਟਬੰਦੀ ਕਰਾ ਕੇ ਲੋਕਾਂ ਕੋਲੋਂ ਕਢਾ ਲਿਆ, ਕੈਸ਼ ਤਾਂ ਛੱਡਿਆ ਹੀ ਨਹੀਂ। ਹਾਂਜੀ। ਪਰ ਉਹਦੇ 'ਚ ਇੱਕ ਸਿਆਣਪ ਕਰ ਗਏ। ਸਿਆਣਪ ਇਹ ਕਰ ਗਏ ਵੀ ਜਦੋਂ ਨੋਟਬੰਦੀ ਕਰਨੀ ਸੀ ਨਾ, ਰਿਜ਼ਰਵ ਬੈਂਕ ਆਫ ਇੰਡੀਆ ਦਾ ਗਵਰਨਰ ਮੋਦੀ ਦੇ ਆਪਣੇ ਅੰਬਾਨੀ ਦੇ ਸਾਲੇ ਨੂੰ ਲਾ ਗਏ ਤੇ ਪਹਿਲਾਂ ਉਹਨਾਂ ਦੀ ਬੜਿਆਂ ਦੀ ਮਾਇਆ ਸਾਂਭ ਲਓ, ਬਾਕੀ 2-2000 ਰੁਪਈਆ ਲੈਣ ਦੀ ਖਾਤਰ ਸਾਰਾ ਦਿਨ ਲਾਈਨਾਂ 'ਚ ਲੱਗੇ ਰਹੇ। ਹਾਂਜੀ। ਉਹ ਕੈਸ਼ ਤਾਂ ਇਹਨਾਂ ਦੇ ਭਾਈਵਾਲਾਂ ਕੋਲ ਹੀ ਆ, ਆਮ ਲੋਕਾਂ ਕੋਲ ਤਾਂ ਹੈ ਨਹੀਂ। ਜਿਹੜੇ ਮਾੜੇ ਮੋਟੇ ਕੰਮ ਚੱਲਦੇ ਸੀ ਉਹ ਪਹਿਲਾਂ ਨੋਟਬੰਦੀ ਨੇ ਮਾਰ ਲਏ, ਹੁਣ ਕਰੋਨਾ ਨੇ ਮਾਰ ਲਏ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੇ ਕਿਸੇ ਨੇ ਕਿਸੇ ਰਾਜਨੀਤਿਕ ਪਾਰਟੀ ਦੀ ਮਦਦ ਕਰਨੀ ਆ, ਉਹਦਾ ਪ੍ਰੋਪਰ ਹਿਸਾਬ ਕਿਤਾਬ ਹੋਣਾ ਚਾਹੀਦਾ। ਉਹ ਥਰੂ ਚੈੱਕ ਪੇਮੈਂਟ ਹੋਵੇ, ਥਰੂ ਡਰਾਫਟ ਪੇਮੈਂਟ ਹੋਵੇ, ਔਰ ਉਹਦੀ ਕੋਈ ਲਿਮਿਟ ਹੋਵੇ। ਕਿਸੇ ਤੋਂ ਪੈਸੇ ਲੈ ਕੇ ਉਹਨੂੰ ਲਾਭ ਪਹੁੰਚਾਉਣ ਦੀ ਨੀਤੀ ਤੇ ਨਾ ਖੜੇ ਰਹਿਣ। ਹਾਂਜੀ। ਹੁਣ ਪਿੱਛੇ ਜੇ ਦੇਖੋ, ਇੱਕ ਟ੍ਰਿਬਿਊਨ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਸੀ। ਹਾਂਜੀ। ਆ ਜਿਹੜੇ ਬੈਸਟ ਪ੍ਰਾਈਸ ਦਾ ਰੌਲਾ ਪੈਂਦਾ, ਉਹ ਕਹਿੰਦੇ ਇੱਕ ਇੱਧਰ ਬਠਿੰਡੇ ਵਾਲੇ ਪਾਸੇ ਇੱਕ ਬੈਸਟ ਪ੍ਰਾਈਸ ਆ, ਉਹਦਾ 7 ਕਨਾਲਾਂ ਦਾ ਜਿਹੜਾ ਠੇਕਾ ਹੈ ਸਾਲ ਦਾ, ਉਹ 7 ਕਰੋੜ 80 ਲੱਖ ਰੁਪਈਆ। ਹਾਂਜੀ। ਜਿਹੜੀ ਉਹਦੀ ਲੀਜ਼ ਹੈ ਉਹ 7 ਕਰੋੜ 80 ਲੱਖ ਰੁਪਈਆ, 1 ਏਕੜ ਤੋਂ ਵੀ ਇੱਕ ਨਾਲ ਘੱਟ ਜਗ੍ਹਾ ਹੈ। ਤੇ ਜ਼ਿਮੀਦਾਰ ਨੂੰ ਵਿਚਾਰੇ ਨੂੰ 50,000 ਨਹੀਂ ਕੋਈ ਸਾਲ ਦਾ ਦਿੰਦਾ। ਬਿਲਕੁਲ ਠੀਕ। ਇਹ ਸਭ ਕੁਝ ਨਿਕਲੇਗਾ ਆਉਣ ਵਾਲੇ ਸਮੇਂ 'ਚ, ਸਾਰਾ ਨਿਕਲੇ ਹੋਣਾ। ਤੇ ਇੱਕ ਦੋ ਅਖੀਰ ਵਿੱਚ ਮੈਂ ਸਵਾਲ ਦੇਖੋ, ਇੱਕ ਕਿਸੇ ਵੀ ਜਿਹੜਾ ਆਰਗੇਨਾਈਜ਼ ਇੰਡੀਅਨ ਨੂੰ, ਮਤਲਬ ਜੇ ਇੰਟਰਨੈਸ਼ਨਲ ਅਵਾਰਡ ਮਿਲਣਾ, ਫਿਰ ਇਹ ਨੋਬਲ ਪੀਸ ਪ੍ਰਾਈਜ਼ ਮਿਲਣਾ, ਇਹ ਆਪਣੇ ਵਿੱਚ ਇਟਸੈਲਫ ਬਹੁਤ ਵੱਡੀ ਗੱਲ ਹੈਗੀ ਆ। ਸਰਕਾਰ ਵੱਲੋਂ ਇਹਨੂੰ ਮਤਲਬ ਚਲੋ ਜੇ ਇਹਨਾਂ ਤੋਂ NIA ਨੋਟਿਸ ਕਰ ਵੀ ਹੋਗੇ ਤਾਂ ਵੀ ਇੱਕ ਫਾਰਮਲੀ ਕੰਗ੍ਰੈਚੁਲੇਸ਼ਨ ਤਾਂ ਬਣਦੀ ਸੀ ਰਵੀ ਸਿੰਘ ਖਾਲਸਾ ਏਡ ਨੂੰ। ਇਹ ਬਹੁਤ ਵੱਡੀ ਨਲਾਇਕੀ ਹੈ ਇਹਨਾਂ ਦੀ, ਔਰ ਮੈਂ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਇਸ ਗੱਲੋਂ ਨਾਰਾਜ਼ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲ ਕਰਨੀ ਚਾਹੀਦੀ ਸੀ। ਹਾਂਜੀ। ਸਰਦਾਰ ਰਵਿੰਦਰ ਸਿੰਘ ਦੇ ਨੋਮੀਨੇਟ ਹੋਣ ਤੋਂ ਬਾਅਦ, ਸਰਦਾਰ ਰਵੀ ਸਿੰਘ ਜੀ ਦੇ ਨੋਮੀਨੇਟ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੰਜਾਬ ਸੂਬੇ ਦੇ ਮੁੱਖ ਮੰਤਰੀ ਆ। ਰਵੀ ਸਿੰਘ ਦਾ ਜਿਹੜਾ ਪਿਛੋਕੜ ਪੰਜਾਬ ਹੈ, ਸਭ ਤੋਂ ਪਹਿਲਾਂ ਵਧਾਈਆਂ ਇਹਨਾਂ ਨੂੰ ਦੇਣੀਆਂ ਚਾਹੀਦੀਆਂ ਸੀ। ਹਾਂਜੀ ਬਿਲਕੁਲ। ਤੇ ਫਿਰ ਭਾਰਤ ਸਰਕਾਰ ਦੇ ਮੁਖੀ ਨੂੰ
ਵਧਾਈਆਂ ਦਾ ਸਭ ਤੋਂ ਪਹਿਲ ਕਰਨੀ ਚਾਹੀਦੀ ਸੀ। ਜੇ ਉਹਨਾਂ ਨੇ ਨਹੀਂ ਕੀਤੀ, ਇਹਦਾ ਮਤਲਬ ਇਹ ਹੈ ਵੀ ਉਹਨਾਂ ਦਾ ਕਿਸੇ ਖਾਸ ਧਿਰ ਦੇ ਪ੍ਰਤੀ ਨਫ਼ਰਤ ਹੈ, ਚਾਹੇ ਜਿੰਨੀ ਮਰਜ਼ੀ ਪ੍ਰਾਪਤੀ ਕਰ ਲੈਣ। ਯਸ ਬਿਲਕੁਲ ਠੀਕ। ਚਲੋ ਅਖੀਰ ਵਿੱਚ ਤੁਸੀਂ ਇਹ ਸਾਰੇ ਐਪੀਸੋਡ ਨੂੰ, ਕਿਸਾਨੀ ਸਟਰਗਲ ਨੂੰ ਇਸ ਤਰ੍ਹਾਂ ਦੇਖੋ, ਸਿੱਖਾਂ ਨੇ ਆਪਣੇ ਮਿਸ਼ਨਰੀ ਕੰਮ ਤਾਂ ਕਰੀ ਜਾਣੇ ਹੈਗੇ, ਚਾਹੇ ਕੋਈ ਸ਼ਾਬਾਸ਼ੀ ਦੇਵੇ, ਇਵਨ ਨੋਬਲ ਪੀਸ ਪ੍ਰਾਈਜ਼ ਨਾ ਵੀ ਮਿਲਦਾ, ਰਵੀ ਸਿੰਘ ਜੀ ਨੇ ਕੰਮ ਤਾਂ ਕਰੀ ਜਾਣਾ ਸੀ। ਲੇਕਿਨ ਜੇ ਕੋਈ ਸ਼ਾਬਾਸ਼ੀ ਦਿੰਦਾ ਤਾਂ ਥੋੜਾ ਜਿਹਾ ਹੋਰ ਇਨਕਰੇਜਮੈਂਟ ਮਿਲਦੀ। ਇਹਦੇ ਘਟਨਾਕ੍ਰਮ ਨੂੰ ਸਮ ਅਪ ਕਰਕੇ ਕੀ ਕਹਿਣਾ ਚਾਹੁੰਦੇ, ਤਾਂ ਕਿ ਹੋਰ ਵੀ ਵਲੰਟਰੀ ਕੰਮ ਕਰਨ ਜਿਹੜੇ ਸਾਡੇ ਨੌਜਵਾਨ ਅਗਾਂਹ ਜਥੇਬੰਦੀਆਂ ਬਣਾ ਕੇ? ਦੇਖੋ, ਮੈਂ ਪਹਿਲਾਂ ਹੀ ਜਿਵੇਂ ਬੇਨਤੀ ਕਰਦਾ ਕਿਹਾ, ਸਰਦਾਰ ਰਵੀ ਇੰਦਰ ਸਿੰਘ ਤੇ ਉਹਦੀ ਸੰਸਥਾ, ਇਹ ਖਾਲਸਾ ਪੰਥ ਦੀ ਬ੍ਰਾਂਡ ਅੰਬੈਸਡਰ ਸੰਸਥਾ ਬਣ ਚੁੱਕੀ ਹੈ। ਔਰ ਸਰਦਾਰ ਰਵੀ ਸਿੰਘ ਜੀ ਨੇ ਜਿਹੜਾ ਕੰਮ ਕੀਤਾ ਹੈ, ਉਹ ਮੈਂ ਸਮਝਦਾ ਕਿ ਜਿੰਨੇ ਭਾਵੇਂ ਲੱਖਾਂ ਹੀ ਕੀਰਤਨ ਦਰਬਾਰ ਕਰਾ ਲਈਏ, ਲੱਖਾਂ ਹੀ ਢਾਡੀ ਦਰਬਾਰ ਕਰਾ ਲਈਏ, ਉਹ ਇੰਨਾ ਕੰਮ ਨਹੀਂ ਸੀ ਕਰ ਸਕਦੇ ਜਿੰਨਾ ਰਵੀ ਸਿੰਘ ਨੇ ਪ੍ਰੈਕਟੀਕਲੀ ਆਪਣੇ ਹੱਥੀਂ ਗੁਰੂ ਦੇ ਹੁਕਮਾਂ ਨੂੰ ਬਜਾ ਕੇ, ਲੋਕਾਂ ਦੀ ਸਹਾਇਤਾ ਕਰਕੇ ਸਾਡਾ ਮਾਣ ਸਤਿਕਾਰ, ਕੌਮ ਦਾ ਮਾਣ ਸਤਿਕਾਰ ਵਧਾਇਆ। ਉਹ ਬੇਮਿਸਾਲ ਕਾਰਜ ਹੈ। ਔਰ ਮੈਂ ਆਪਣੀ ਕੌਮ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੰਦਾ, ਆਪ ਵੀ ਵਧਾਈ ਦਿੰਦਾ। ਔਰ ਮੈਂ ਇਹ ਸਮਝਦਾ ਕਿ ਸਰਦਾਰ ਰਵੀ ਸਿੰਘ ਖਾਲਸਾ ਪੰਥ ਵਿੱਚ ਤੇ ਇਨਸਾਫ ਪਸੰਦ ਲੋਕਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਵਜੋਂ ਉੱਭਰੇ ਆ ਪਿਛਲੇ ਸਮੇਂ ਦੇ ਵਿੱਚ। ਔਰ ਉਹਨਾਂ ਤੋਂ ਪ੍ਰੇਰਨਾ ਲੈ ਕੇ ਬਹੁਤ ਸਾਰੇ ਨੌਜਵਾਨ ਇਸ ਕਾਰਜ ਵਿੱਚ ਪਹਿਲਾਂ ਵੀ ਜੁਟੇ ਹੋਏ ਆ, ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜੁਟਣਗੇ। ਇੱਕ ਲਾਸਟ ਸਵਾਲ ਹੈ, 30 ਸੈਕਿੰਡ ਦੇ ਜਵਾਬ ਦਿਓ। 26 ਤੋਂ ਪਹਿਲਾਂ ਇਹ ਕਿਸਾਨੀ ਸਟਰਗਲ ਦਾ ਕੁਝ ਤੁਹਾਨੂੰ ਲੱਗਦਾ ਕੁਝ ਹੱਲ ਨਿਕਲਦਾ, ਜੋ ਇਹਨਾਂ ਨੇ ਫਾਰਮੂਲਾ ਦਿੱਤਾ? ਕੱਲ ਫਿਰ ਇਹਨਾਂ ਦੀ ਮੀਟਿੰਗ ਹੋਣੀ ਹੈ। ਇਹ ਮੇਰਾ ਖਿਆਲ ਕੱਲ ਨੂੰ ਨਿਕਲੇ ਜਾਣਾ, ਨਤੀਜਾ ਇਹ ਹੋ ਜਾਣਾ। ਅੱਛਾ, ਹੋਪਫੁਲੀ ਸਾਰਾ ਜਿਸ ਪਾਸੇ ਗੱਲ ਤੁਰੀ ਆ, ਸਰਕਾਰ ਦੀਆਂ ਗੋਡਣੀਆਂ ਲੱਗੀਆਂ ਹੋਈਆਂ, ਸਰਕਾਰ ਦੀਆਂ ਗੋਡਣੀਆਂ ਲੱਗੀਆਂ। ਟਰੈਕਟਰ ਮਾਰਚ ਤਾਂ ਹੋਏਗਾ, ਟਰੈਕਟਰ ਪਰੇਡ ਤਾਂ ਨਿਕਲੇਗੀ। ਪਰ ਜੋ ਫਾਰਮੂਲਾ ਉਹਨਾਂ ਨੇ ਦਿੱਤਾ, ਹੋ ਸਕਦਾ ਇਹ ਸਰਕਾਰ ਨੇ ਤਾਂ ਕੀ ਲਾਗੂ ਕਰਨੇ ਕਾਨੂੰਨ, ਆਉਣ ਵਾਲੀ ਸਰਕਾਰ ਤੋਂ ਵੀ ਲਾਗੂ ਨਾ। ਚਲੋ ਕੌਰ ਸਾਹਿਬ, ਤੁਸੀਂ ਬਹੁਤ ਵਧੀਆ ਗੱਲਾਂ ਕਹੀਆਂ ਹੈਗੀਆਂ। ਖਾਸ ਤੌਰ ਤੇ ਪ੍ਰੋਗਰਾਮ ਦਾ ਮਕਸਦ ਇਹ ਹੈਗਾ, ਜਿਹੜਾ ਵੀ ਕਿਸੇ ਨੂੰ ਵੀ ਪੰਜਾਬੀ ਨੂੰ ਮਿਲੇ, ਇੰਡੀਅਨ ਇੰਟਰਨੈਸ਼ਨਲ, ਖਾਸ ਤੌਰ ਤੇ ਨੋਬਲ ਪੀਸ ਪ੍ਰਾਈਜ਼ ਮਿਲਣਾ ਆਪਣੇ ਆਪ ਵਿੱਚ ਬਹੁਤ ਵੱਡੀ ਮਿਸਾਲ ਆ, ਬਹੁਤ ਵੱਡੀ ਮਾਣ ਤੇ ਸਤਿਕਾਰ ਵਾਲੀ ਗੱਲ ਹੈਗੀ। ਔਰ ਸਾਹਿਬ, ਤੁਸੀਂ ਸਾਡੇ ਨਾਲ ਆਨਲਾਈਨ ਜੁੜੇ, ਬਹੁਤ ਬਹੁਤ ਮਿਹਰਬਾਨੀ। ਤੁਹਾਡੀਆਂ ਗੱਲਾਂ ਸੁਣ ਕੇ ਨੌਜਵਾਨ ਵੀ ਪ੍ਰੇਰਿਤ ਹੋਣਗੇ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ।